भाजपा का 9 मास का रिश्ता जिहड़ा वो हुण वखरा हो चुका। बहुत देर कर दी सनम आते आते। जबकि इल्जाम बहुत ने सुखबीर सिंह बादल होना तो सीधे असिधे तौर ते जिहड़े लगदे आए ने। भाजपा ਨੂੰ ਵੀ ਪਿਛਲੇ ਸਾਲਾਂ ਦੇ ਵਿੱਚ ਪਤਾ ਲੱਗ ਚੁੱਕਿਆ ਸੀਗਾ। कैप्टन साहब कहते तो फुस बंब है, भाजपा कहती है कि सुट्टिया कित्थे है, अपने घर सुट्टिया जां किहदे घर सुट्टिया। ਕਦੇ ਕਹਿੰਦੇ ਨੇ ਕਿ ਟਰੱਕ ਭਰ ਕੇ ਲੈ ਕੇ ਆਵਾਂਗੇ ਰੁਪਈਆਂ ਦੇ। जाखड़ साहब भी निशाना कस रहे कि इन्हां दी पोल जिहड़ी है विजय सांपला खोल रहे। ਉਹਨਾਂ ਦੀਆਂ ਸਿਰਫ ਇਹੀ ਕੋਸ਼ਿਸ਼ਾਂ ਨੇ ਹੁਣ ਕਿ ਆਪਣੀ ਹੋਂਦ ਨੂੰ ਕਿਵੇਂ ਬਚਾਉਣਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਆ ਤੁਹਾਡੇ ਨਾਲ ਸੁਖਵਿੰਦਰ ਸਿੰਘ। ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਭੁਚਾਲ ਆਇਆ ਹੋਇਆ। ਅਕਾਲੀ ਦਲ ਤੇ ਭਾਜਪਾ ਦਾ ਨਾਤਾ ਟੁੱਟ ਚੁੱਕਿਆ। ਕਾਰਨ ਕੀ ਰਹੇ ਨੇ, ਅੱਗੇ ਜਾ ਕੇ ਕੀ ਕੁਝ ਬਣੇਗਾ, 2022 ਦੀਆਂ ਚੋਣਾਂ ਨੂੰ ਲੈ ਕੇ ਕਿਤੇ ਨਾਤਾ ਤਾਂ ਨਹੀਂ ਤੋੜਿਆ ਗਿਆ, ਕਿਉਂਕਿ ਭਾਜਪਾ ਜਿਹੜੀ ਹੈ ਉਹ ਲਗਾਤਾਰ ਭਾਜਪਾ ਦੀ ਲੀਡਰਸ਼ਿਪ ਪੰਜਾਬ ਦੀ ਹੈ ਉਹ ਅਕਾਲੀ ਦਲ ਦੇ ਉੱਤੇ ਜ਼ੋਰ ਲਗਾ ਰਹੀ ਸੀ ਕਿ ਅਕਾਲੀ ਦਲ ਜਿਹੜਾ ਉਹ ਭਾਜਪਾ ਦੇ ਨਾਲੋਂ ਜਾਂ ਤਾਂ ਸੀਟਾਂ ਵੱਧ ਦੇ ਦੇ ਜਾਂ ਫਿਰ ਜਿਹੜਾ ਉਹ ਆਪਣੇ ਪਾਸੇ ਹੋ ਜਾਵੇ। ਤੇ ਹੋਇਆ ਉਹੀ ਹੈ ਜੋ ਭਾਜਪਾ ਵਾਲੇ ਅੰਦਰ ਖੱਟ ਤੇ ਚਾਹੁੰਦੇ ਸੀ। ਇਹ ਸਿਆਸੀ ਸਫਾਂ ਦੇ ਵਿੱਚ ਚਰਚਾ ਹੋ ਰਹੀ ਹੈ। ਇਸ ਬਾਰੇ ਆਮ ਆਦਮੀ ਪਾਰਟੀ ਵੀ ਕਾਫੀ ਤੰਜ ਕੱਸ ਰਹੀ ਹੈ। ਸਾਡੇ ਨਾਲ ਆਮ ਆਦਮੀ ਪਾਰਟੀ ਦੇ ਬੁਲਾਰੇ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਡਾਕਟਰ ਸਾਹਿਬ, ਕੀ ਸੋਚਦੇ ਹੋ, ਅਕਾਲੀ ਦਲ ਭਾਜਪਾ ਦਾ 9 ਮਾਸ ਦਾ ਰਿਸ਼ਤਾ ਜਿਹੜਾ ਉਹ ਹੁਣ ਵੱਖਰਾ ਹੋ ਚੁੱਕਿਆ। ਸੁਖਵਿੰਦਰ ਜੀ, ਇੱਕ ਗਾਣਾ ਹੈ, ਬਹੁਤ ਦੇਰ ਕਰਦੀ ਸਨਮ ਆਤੇ ਆਤੇ। ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਹੈਗਾ ਕਦਮ ਚੁੱਕਿਆ, ਵੱਡਾ ਕਦਮ ਆਪਾਂ ਕਹਿ ਸਕਦੇ ਹਾਂ, ਪਰ ਇਹਨੂੰ ਦੇਰ ਬਹੁਤ ਹੋ ਚੁੱਕੀ ਹੈ। ਕਿਉਂਕਿ ਪੰਜਾਬ ਦਾ ਜਿਹੜਾ ਕਿਸਾਨ ਹੈ, ਪੰਜਾਬ ਦੇ ਆਮ ਲੋਕ ਨੇ, ਉਹ ਅਕਾਲੀ ਦਲ ਦੀਆਂ ਤੇ ਭਾਜਪਾ ਦੀਆਂ ਜਿਹੜੀਆਂ ਕੂਟਨੀਤੀਆਂ ਨੇ ਸਿਆਸਤ ਦੀਆਂ, ਉਹ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਨੇ। ਜੇ ਆਪਾਂ ਕਹੀਏ ਕਿ ਇਹ ਜਿਹੜੀ ਸਿਆਸਤ ਹੈ 20ਵੀਂ ਸਦੀ ਵਾਲੀ ਸਿਆਸਤ ਹੈ, ਉਹ ਨਹੀਂ ਹੈ। ਇਹ 21ਵੀਂ ਸਦੀ ਦੀ ਸਿਆਸਤ ਹੈ। ਇਹਦੇ ਵਿੱਚ ਪੰਜਾਬ ਦਾ ਕਿਸਾਨ, ਪੰਜਾਬ ਦਾ ਨੌਜਵਾਨ, ਪੰਜਾਬ ਦੇ ਆਮ ਲੋਕ ਜਿਹੜੇ ਨੇ ਬਹੁਤ ਚੇਤੰਨ ਹੋ ਚੁੱਕੇ ਨੇ ਔਰ ਸਾਰੀਆਂ ਇਹਨਾਂ ਦੀਆਂ ਜਿਹੜੀਆਂ ਕੂਟਨੀਤੀਆਂ ਨੂੰ ਸਮਝਦੇ ਨੇ। ਸੋ ਜਿਵੇਂ ਆਪਾਂ ਜਾਣਦੇ ਹਾਂ ਕਿ ਪਹਿਲਾਂ ਹਰਸਿਮਰਨ ਕੌਰ ਬਾਦਲ ਨੇ ਅਸਤੀਫਾ ਦਿੱਤਾ ਔਰ ਚੀਚੀ ਦੇ ਖੂਨ ਲਗਾ ਕੇ ਉਹਨਾਂ ਨੇ ਸ਼ਹੀਦ ਬਣਨ ਦੀ ਕੋਸ਼ਿਸ਼ ਕੀਤੀ। ਉਹ ਵੀ ਲੋਕਾਂ ਨੇ ਨਕਾਰਿਆ। ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਬਹੁਤ ਵੱਡੇ ਇਕੱਠ ਹੋ ਰਹੇ ਸੀ, ਮੁਜ਼ਾਹਰੇ ਹੋ ਰਹੇ ਸੀਗੇ, ਲੋਕਾਂ ਨੇ ਅਕਾਲੀ ਦਲ ਦੀਆਂ ਝੰਡੀਆਂ ਵੀ ਫਾੜੀਆਂ। ਸੋ ਉਹਦਾ ਕੋਈ ਅਸਰ ਨਹੀਂ ਪੰਜਾਬ ਦੇ ਉੱਤੇ ਹੋਇਆ। ਉਹਨਾਂ ਨੇ ਬਹੁਤ ਸਾਰਾ ਕੋਸ਼ਿਸ਼ ਬਹੁਤ ਕੀਤੀ ਹੈ ਕਿ ਅਸੀਂ ਲੋਕਾਂ ਨੂੰ, ਕਿਸਾਨਾਂ ਨੂੰ ਨਾਲ ਲੈ ਕੇ ਚੱਲੀਏ, ਪਰ ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ। ਇਹੀ ਗੱਲ ਤੁਹਾਨੂੰ ਹੁਣ ਸਾਹਮਣੇ ਆਏਗੀ ਕਿ ਜਦੋਂ ਵੀ ਉਹ ਕੋਈ ਟਰੈਕਟਰ ਰੈਲੀਆਂ ਕਰਨਗੇ ਜਾਂ ਹੋਰ ਕੁਝ ਕਰਨਗੇ, ਲੋਕਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ। ਸੋ ਬੇਸ਼ੱਕ ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕਿਸਾਨਾਂ ਦੇ ਹਮਦਰਦ ਬਣਨ ਦੀ, ਪਰ ਬੁਨਿਆਦੀ ਤੌਰ 'ਤੇ ਲੋਕ ਜਿਹੜੇ ਨੇ, ਕਿਸਾਨ ਜਿਹੜੇ ਨੇ, ਉਹਨਾਂ ਨੇ ਸਮਝ ਚੁੱਕੇ ਨੇ ਕਿ ਇਹ ਜਿਹੜੀ ਅੱਜ ਦੀ ਜਿਹੜੀ ਅਕਾਲੀ ਦਲ ਹੈ ਉਹ ਕੋਈ ਜਿਹੜੀ ਕਿਸੇ ਵੇਲੇ, ਮੈਂ ਮੰਨਦਾ ਕਿ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਸੀਗੀਆਂ। ਜਿਵੇਂ ਉਹ ਬਾਰ-ਬਾਰ ਉਹ ਗੱਲ ਕਰਦੇ ਨੇ ਸੁਖਬੀਰ ਬਾਦਲ ਜੀ, ਅਸੀਂ ਕੁਰਬਾਨੀਆਂ ਦੇ ਕੇ ਇੱਥੋਂ ਤੱਕ ਪਹੁੰਚੇ ਹਾਂ। ਮੈਂ ਮੰਨਦਾ ਕਿ ਮਾਸਟਰ ਤਾਰਾ ਸਿੰਘ ਜੀ ਤੋਂ ਲੈ ਕੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਤੱਕ ਜਿਹੜੀਆਂ ਬਹੁਤ ਵੱਡੀਆਂ ਕੁਰਬਾਨੀਆਂ 'ਚੋਂ ਜਿਹੜਾ ਹੈਗਾ ਅਕਾਲੀ ਦਲ ਨਿਕਲਿਆ। ਪਰ ਜਿਹੜਾ ਅੱਜ ਦਾ ਅਕਾਲੀ ਦਲ ਹੈ, ਖਾਸ ਤੌਰ 'ਤੇ ਤੁਸੀਂ ਦੇਖੋਗੇ ਸੁਖਵਿੰਦਰ ਜੀ, 1990 ਤੋਂ ਬਾਅਦ ਦੀ ਜਿਹੜੀ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਬੁਨਿਆਦੀ ਜਿਹੜੀ ਤਬਦੀਲੀ ਆਈ ਹੈ, ਉਹ 3M ਨੂੰ ਲੈ ਕੇ ਆਈ ਹੈ। ਉਹ M ਕੀ ਨੇ? 3M ਇੱਕ ਤਾਂ ਮਨੀ ਹੈ। ਉਹਨਾਂ ਨੇ ਸਾਰੀ ਜਿਹੜੀ ਹੈਗੀ ਹੈ, ਜਿਹੜੇ ਲੋਕਾਂ ਦੇ ਮੁੱਦੇ ਸੀ, ਉਹਨੂੰ ਮਨੀ, ਪੈਸਾ ਕਮਾਉਣ ਦੇ ਵਿੱਚ ਤਬਦੀਲ ਕਰਤਾ। ਦੂਜਾ ਹੈ ਮਸਲਸ, ਕਿ ਜਿਹੜੀ ਹੈਗੀ ਸਿਆਸਤ ਦੇ ਵਿੱਚ ਗੁੰਡਾਗਰਦੀ ਜਿਹੜੀ ਹੈਗੀ ਆ ਉਹ ਅਕਾਲੀ ਦਲ ਲੈ ਕੇ ਆਇਆ। ਤੀਜਾ ਹੈਗਾ ਮੀਡੀਆ, ਕਿ ਸਭ ਤੋਂ ਪਹਿਲਾਂ ਜੇ ਤੁਸੀਂ ਦੇਖਿਆ ਹੋਏਗਾ ਕਿ ਜਦੋਂ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਨੇ ਤਾਂ ਇਹਨਾਂ ਨੇ ਮੀਡੀਆ ਨੂੰ ਕੰਟਰੋਲ ਕੀਤਾ ਔਰ ਇਹਦਾ ਤਿੰਨਾਂ ਐਮਜ਼ ਨੂੰ ਮਿਲਾ ਕੇ ਅਕਾਲੀ ਦਲ ਦੀ ਜਿਹੜੀ ਸਿਆਸਤ ਸੀਗੀ ਉਹ ਬੇਸ਼ੱਕ ਉਹਦੇ ਆਧਾਰ ਦੇ ਉੱਤੇ ਉਹ ਪਿਛਲੇ 10 ਸਾਲ ਜਿਹੜਾ ਸੀਗਾ ਉਹ ਰਾਜ ਕੀਤਾ ਉਹਨਾਂ ਨੇ, ਜਿਹਨੂੰ ਕਹਿੰਦੇ ਸੀ ਅਸੀਂ 25 ਸਾਲ ਰਾਜ ਕਰਾਂਗੇ। ਜੀ ਬਿਲਕੁਲ, 25 ਸਾਲ ਰਾਜ ਕਰਨ ਦੀ ਗੱਲ ਸੁਖਬੀਰ ਬਾਦਲ ਕਹਿੰਦੇ ਸੀ। ਜਦੋਂ ਅਸਤੀਫਾ ਦੇ ਕੇ ਹੁਣ ਕੇਂਦਰ ਤੋਂ ਬਾਹਰ ਆਏ ਤੇ ਇਹਨਾਂ ਨੇ ਪਿਛਲੇ ਦਿਨ ਇੱਕ ਬਿਆਨ ਦੇ ਦਿੱਤਾ, ਕਹਿੰਦੇ ਅਸੀਂ ਜਿਹੜਾ ਪਰਮਾਣੂ ਬੰਬ ਸੁੱਟਿਆ ਇਹਨੂੰ। कैप्टन साहब कहते तो फुस बंब है, भाजपा कहती है कि सुट्टिया कित्थे है, अपने घर सुट्टिया जां किहदे घर सुट्टिया, साडे हाल तक कहते कोई असर नहीं। देखो सुखविंदर जी, तुसी याद करो कि जदों पिछले 10 साल ਦੇ ਦੌਰਾਨ ਅਕਾਲੀ ਦਲ ਦੀ ਰਾਜ ਸੱਤਾ ਪੰਜਾਬ 'ਚ ਰਹੀ ਹੈ, ਤੁਹਾਨੂੰ ਯਾਦ ਹੋਏਗਾ, ਉਦੋਂ ਅਕਾਲੀ ਦਲ ਕੀ ਕਰਦਾ ਸੀਗਾ ਕਿ ਬੀਜੇਪੀ ਦੇ ਜਿਹੜੇ ਲੀਡਰਾਂ ਨੂੰ ਉਹ ਸਟੇਜ ਤੇ ਚੜ੍ਹਨ ਨਹੀਂ ਸੀ ਦਿੰਦਾ। 10 ਸਾਲ ਲਗਾਤਾਰ ਪੰਜਾਬ ਦੇ ਜਿਹੜੀ ਬੀਜੇਪੀ ਪਾਰਟੀ ਸੀਗੀ ਉਹਨਾਂ ਨੂੰ ਉਹਨਾਂ ਨੇ ਨੇੜੇ ਨਹੀਂ ਲਗਾਇਆ। ਔਰ ਜਦੋਂ ਹੁਣ ਪਿਛਲੇ 6 ਸਾਲਾਂ ਤੋਂ
ਮੋਦੀ ਸਰਕਾਰ ਦੀ ਸੱਤਾ ਆਈ ਹੈ ਸੈਂਟਰ ਦੇ ਵਿੱਚ, ਤਾਂ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਉਹਨਾਂ ਤੋਂ ਕਦੇ ਕਹਿੰਦੇ ਨੇ ਕਿ ਟਰੱਕ ਭਰ ਕੇ ਲੈ ਕੇ ਆਵਾਂਗੇ ਰੁਪਈਆਂ ਦੇ, ਕਦੇ ਅਸੀਂ ਉਹਨਾਂ ਨੂੰ ਬਹੁਤ ਕੁਝ ਮਤਲਬ ਇਹ ਕਹਿੰਦੇ ਸੀਗੇ, ਤੁਹਾਨੂੰ ਹੁਣ ਵੀ ਯਾਦ ਹੋਏਗਾ ਕਿ ਲਗਭਗ 2-3 ਮਹੀਨੇ ਪਹਿਲਾਂ ਲਗਾਤਾਰ ਇਹ ਕਹਿੰਦੇ ਰਹੇ ਨੇ ਜਿਹੜੀ ਅਕਾਲੀ ਔਰ ਬੀਜੇਪੀ ਦਾ ਜਿਹੜਾ 9 ਮਾਸ ਦਾ ਰਿਸ਼ਤਾ ਹੈ, ਔਰ ਇਹ ਜਿਹੜੇ ਆਰਡੀਨੈਂਸ ਜਾਰੀ ਕੀਤੇ ਨੇ ਇਹ ਕਿਸਾਨਾਂ ਦੇ ਪੱਖ 'ਚ ਨੇ। ਵੱਡੇ ਬਾਦਲ ਸਾਹਿਬ ਤੋਂ ਵੀ ਬਿਆਨ ਦਵਾਏ, ਆਪ ਵੀ ਬਿਆਨ ਦਿੱਤੇ, ਲਗਾਤਾਰ ਇਹ ਕਹਿੰਦੇ ਰਹੇ ਵੀ ਇਹਨਾਂ ਨੂੰ ਤਾਂ ਕੋਈ ਕਿਸਾਨਾਂ ਨੂੰ ਤਾਂ ਕੋਈ ਹੋਰ ਭੜਕਾ ਰਿਹਾ ਹੈ, ਕਾਂਗਰਸ ਆਮ ਆਦਮੀ ਵਾਲੇ ਭੜਕਾ ਰਹੇ ਨੇ। ਸੋ ਇਹ ਇਦਾਂ ਦੀ ਬਿਆਨਬਾਜ਼ੀ ਚੱਲਦੀ ਰਹੀ। ਹੁਣ ਜਦੋਂ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਦੇਖਿਆ ਕਿ ਹੁਣ ਕਿਸਾਨਾਂ ਦਾ ਹੜ੍ਹ ਆ ਗਿਆ, ਕਿਸਾਨ ਤਾਂ ਸੜਕਾਂ ਤੇ ਨੇ, ਤਾਂ ਇਹਨਾਂ ਨੂੰ ਹੁਣ ਕਿਸਾਨੀ ਯਾਦ ਆ ਰਹੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਇਹ ਸਭ ਡਰਾਮੇਬਾਜ਼ੀ ਹੋ ਰਹੀ ਹੈ। ਇਹਦੇ ਵਿੱਚ ਜਿਹੜੀ ਹੈਗੀ ਆ ਸੰਜੀਦਗੀ ਦੀ ਕੋਈ ਮੈਨੂੰ ਭਾਵਨਾ ਨਜ਼ਰ ਨਹੀਂ ਆਉਂਦੀ। ਸਿਰਫ ਤੇ ਸਿਰਫ 22 ਦੀਆਂ ਇਲੈਕਸ਼ਨਾਂ ਨੂੰ ਦੇਖ ਕੇ ਰਾਜ ਸੱਤਾ ਦੇ ਉੱਤੇ ਕਾਬਜ਼ ਹੋਣ ਦੇ ਲਈ ਇਹ ਡਰਾਮੇ ਹੋ ਰਹੇ ਨੇ। ਪੰਜਾਬ ਦਾ ਕਿਸਾਨ, ਪੰਜਾਬ ਦੇ ਲੋਕ ਇਹਨਾਂ ਡਰਾਮਿਆਂ ਤੋਂ ਹੁਣ ਵਾਕਿਫ ਹੋ ਚੁੱਕੇ ਨੇ। ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਵੇਗਾ ਕਿ ਇਹਨਾਂ ਦੇ ਬਹੁਤ ਬੁਰੀ ਤਰ੍ਹਾਂ, ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਦੇ ਜਿਹੜੇ ਲੀਡਰ ਹੋਣ, ਉਹਨਾਂ ਤੋਂ ਮਾਈਕ ਵੀ ਖੋਏ ਨੇ, ਬਹੁਤ ਸਾਰਾ ਉਹਨਾਂ ਨਾਲ ਜੂਤ ਪਤਾਣ ਹੋਇਆ। ਸੋ ਪੰਜਾਬ ਦਾ ਜਿਹੜਾ ਆਮ ਕਿਸਾਨ ਹੈ, ਆਮ ਲੋਕ ਨੇ, ਉਹ ਹੁਣ ਇਹਨਾਂ ਦੀਆਂ ਕਾਰਸਤਾਨੀਆਂ ਨੂੰ ਸਮਝ ਚੁੱਕੇ ਨੇ। ਇਹਨਾਂ ਨੂੰ ਅੱਜ ਉਹ ਮੂੰਹ ਨਹੀਂ ਲਾ ਰਹੇ। ਡਾਕਟਰ ਸਾਹਿਬ, ਦੂਜੀ ਗੱਲ ਇਹ ਹੈ ਕਿ ਇਹ ਕਹਿੰਦੇ ਕਿ ਜਦੋਂ ਗੁਰਚਰਨ ਸਿੰਘ ਟੋੜਾ ਹੋਣਾ ਦਾ ਸਮਾਂ ਸੀ ਜਾਂ ਪ੍ਰਕਾਸ਼ ਸਿੰਘ ਬਾਦਲ ਦਾ ਵੇਲਾ ਸੀ, ਜਦੋਂ ਅਕਾਲੀ ਦਲ ਦੀ ਪ੍ਰਧਾਨਗੀ ਉਹ ਸੰਭਾਲਦੇ ਸੀ, ਵਾਗਡੋਰ ਸੰਭਾਲਦੇ ਸੀ, ਮੁੱਖ ਮੰਤਰੀ ਰਹੇ ਪੰਜਾਬ 'ਚ ਪ੍ਰਕਾਸ਼ ਸਿੰਘ ਬਾਦਲ। ਪਰ ਕਹਿੰਦੇ ਹੁਣ ਸਭ ਕੁਝ ਬਦਲ ਗਿਆ। ਵਾਜਪਾਈ ਸਾਹਿਬ ਦੇ ਵੇਲੇ ਰਿਸ਼ਤੇ ਹੋਰ ਤਰ੍ਹਾਂ ਦੇ ਸੀ, ਮੋਦੀ ਸਾਹਿਬ ਦੇ ਵੇਲੇ ਰਿਸ਼ਤੇ ਹੋਰ ਤਰ੍ਹਾਂ ਦੇ। ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਕਹਿੰਦੇ ਟਰੱਕ ਭਰ ਕੇ ਲਿਆਵਾਂਗੇ, ਟਰੱਕ ਤਾਂ ਕੀ ਹੋਣੇ ਸੀ, ਅਗਲਿਆਂ ਨੇ ਟਰੰਕ ਵੀ ਨਹੀਂ ਦਿੱਤਾ ਇਹਨਾਂ ਨੂੰ। ਬਿਲਕੁਲ, ਤੁਸੀਂ ਦੇਖੋਗੇ ਕਿ ਜਦੋਂ ਤੋਂ ਪਿਛਲੇ 6 ਸਾਲਾਂ ਤੋਂ ਮੋਦੀ ਸਰਕਾਰ ਆਈ ਹੈ, ਇਹਨਾਂ ਨੇ ਬਿਲਕੁਲ ਜਿਹੜਾ ਹੈਗਾ ਸੀ ਤਬਦੀਲ ਕੀਤਾ ਆਪਣੀ ਸਿਆਸਤ ਨੂੰ। ਅਕਾਲੀਆਂ ਨੇ ਉਹ ਤਬਦੀਲੀ ਕੀ ਸੀਗੇ, ਜਦੋਂ ਆਪਾਂ ਨੂੰ ਦੇਖਿਆ ਕਿ ਜਦੋਂ ਚਾਹੇ ਉਹ ਸੰਘੀ ਢਾਂਚੇ ਨੂੰ ਖਤਮ ਕਰਨ ਦੀ ਗੱਲ ਹੋਵੇ, ਚਾਹੇ 370 ਦੀ ਧਾਰਾ ਦੀ ਗੱਲ ਹੋਵੇ, ਜਿਹਦੇ ਬਾਰੇ ਇਹ ਅਕਾਲੀ ਦਲ ਕਹਿੰਦਾ ਸੀਗਾ ਕਿ ਅਸੀਂ ਸੰਘੀ ਢਾਂਚੇ ਨੂੰ ਬਚਾਉਣ ਲਈ ਲੜਾਈਆਂ ਲੜੀਆਂ ਨੇ। ਐਮਰਜੈਂਸੀ ਦੇ ਵਿੱਚ ਉਹਨਾਂ ਨੇ ਕਹਿੰਦੇ ਸੀ ਅਸੀਂ ਕੁਰਬਾਨੀਆਂ ਕੀਤੀਆਂ, ਸੰਘੀ ਢਾਂਚੇ ਨੂੰ ਅਸੀਂ ਬਚਾਉਣਾ ਹੈ। ਪਰ ਅਸੀਂ ਦੇਖ ਰਹੇ ਸੀਗੇ ਪਿਛਲੇ 6 ਸਾਲਾਂ ਤੋਂ ਕਿ ਜਿਹੜੀ ਵੀ ਸੱਤਾ ਜਿਹੜੀ ਜਦੋਂ ਬੀਜੇਪੀ ਸਰਕਾਰ ਕਾਨੂੰਨ ਲੈ ਕੇ ਆਉਂਦੀ ਸੀ, ਆਰਡੀਨੈਂਸ ਲੈ ਕੇ ਆਉਂਦੀ ਸੀ, ਇਹ ਹਰ ਕਾਨੂੰਨ ਦੇ ਵਿੱਚ ਜਦੋਂ ਉਹ ਸੱਤਾ ਨੂੰ ਜਿਹੜੀ ਹੈਗੀ ਸੰਘੀ ਢਾਂਚੇ ਨੂੰ ਖਤਮ ਕਰਨ ਦੀ ਜਦੋਂ ਉਹ ਗੱਲ ਕਰਦੇ ਸੀਗਾ, ਤਾਂ ਨਾਲ ਦੀ ਨਾਲ ਉਹਨਾਂ ਦੇ ਪੱਖ 'ਚ ਵੋਟਾਂ ਪਾਉਂਦੇ ਸੀਗੇ। ਤੁਸੀਂ ਪਿਛਲੇ ਸਾਰਾ ਇਤਿਹਾਸ ਕਢਾ ਕੇ ਦੇਖ ਲਓ, ਰਿਕਾਰਡਡ ਚੀਜ਼ਾਂ ਨੇ। ਔਰ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਆਪਣੀ ਪੈਰਾਂ ਦੇ ਉੱਤੇ ਆਪ ਕਹਾੜਾ ਇਹਨਾਂ ਨੇ ਮਾਰਿਆ, ਔਰ ਉਹਦਾ ਨਤੀਜਾ ਅੱਜ ਹੈਗਾ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ 17 ਦੇ ਵਿੱਚ ਤੀਜੇ ਥਾਂ ਦੇ ਉੱਤੇ ਰੱਖਿਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ 100 ਸਾਲ ਹੋ ਚੁੱਕੇ ਨੇ। 1920 ਦੇ ਵਿੱਚ ਅਕਾਲੀ ਦਲ ਬਣਿਆ ਸੀਗਾ, ਔਰ 2020 ਦੇ ਵਿੱਚ ਇਹ ਪਾਰਟੀ ਜਿਹੜੀ ਹੈਗੀ ਅੱਜ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ। ਔਰ ਹੋਂਦ ਹੁਣ ਬਚੇਗੀ ਜਾਂ ਨਹੀਂ ਬਚੇਗੀ ਆਪਾਂ ਨੂੰ ਪਤਾ ਹੈ। ਸੁਖਵਿੰਦਰ ਜੀ, ਆਪਾਂ ਸਾਰੇ ਜਾਣਦੇ ਹਾਂ ਕਿ ਪਹਿਲਾਂ ਜਿਹੜੇ ਟਕਸਾਲੀ ਵੱਖਰੇ ਹੋਏ, ਫਿਰ ਢੀਂਡਸਾ ਸਾਹਿਬ ਵੱਖਰੇ ਹੋਏ, ਬਹੁਤ ਸਾਰੇ ਲੋਕ ਜਿਹੜੇ ਨੇ ਅੱਜ ਵੀ ਜਾਣ ਨੂੰ ਤਿਆਰ ਬੈਠੇ ਨੇ। ਸੋ ਇਹ ਜਿਹੜਾ ਹੈਗਾ ਅਕਾਲੀ ਦਲ ਹੁਣ ਜਿਹੜਾ ਹੈਗਾ 100 ਸਾਲਾਂ ਬਾਅਦ ਇੱਕ ਮਤਲਬ ਇਤਿਹਾਸ ਦਾ ਪੰਨਾ ਬਣ ਕੇ ਰਹਿ ਜਾਏਗਾ। ਭਾਜਪਾ ਵਾਲੇ ਵਿਜੇ ਸਾਂਪਲਾ ਜਿਹੜੇ ਨੇ ਸਾਬਕਾ ਮੰਤਰੀ ਰਹਿ ਚੁੱਕੇ ਨੇ, ਉਹ ਇਹ ਗੱਲ ਕਹਿੰਦੇ ਨੇ ਕਿ ਅਸੀਂ ਜਾਂ ਭਾਜਪਾ ਦੀ ਲੀਡਰਸ਼ਿਪ ਨੇ ਉੱਪਰੋਂ ਕੇਂਦਰ ਤੋਂ ਇਹਨਾਂ ਦੀ ਡਿਊਟੀ ਲਾਈ ਸੀ ਅਕਾਲੀਆਂ ਦੀ ਪੰਜਾਬ ਦੇ ਵਿੱਚ ਕਿ ਕਿਸਾਨਾਂ ਨੂੰ ਜਿਹੜਾ ਸਮਝਾਇਆ ਜਾਵੇ। ਪਰ ਇਹ ਤਾਂ ਆਪ ਹੀ ਜਿਹੜਾ ਉਹ ਬੇਸਮਝ ਹੋ ਕੇ ਇੱਕ ਪਾਸੇ ਹੋ ਗਏ। ਜਾਖੜ ਸਾਹਿਬ ਵੀ ਨਿਸ਼ਾਨਾ ਕੱਸ ਰਹੇ ਕਿ ਇਹਨਾਂ ਦੀ ਪੋਲ ਜਿਹੜੀ ਹੈ ਵਿਜੇ ਸਾਂਪਲਾ ਖੋਲ ਰਹੇ ਨੇ। ਬਿਲਕੁਲ, ਤੁਸੀਂ ਦੇਖੋਗੇ ਇਹੀ ਮੈਂ ਦੱਸਣ ਦੀ ਕੋਸ਼ਿਸ਼ ਕਰਨਾ ਕਿ ਜਿਹੜੀ ਇਹ ਦੋਗਲੀ ਨੀਤੀ ਅਪਣਾਈ ਇਹਨਾਂ ਨੇ ਕਿ ਦਿੱਲੀ ਵਿੱਚ ਜਾ ਕੇ ਕੁਝ ਹੋਰ ਹੁੰਦੇ ਆ, ਪੰਜਾਬ ਵਿੱਚ ਆਉਂਦੇ ਆ ਕੇ ਉਹ ਜਦੋਂ ਆਉਂਦੇ ਆ ਉਦੋਂ ਕੁਝ ਹੋਰ ਬੋਲਦੇ ਆ। ਸੋ ਹਰਿਆਣੇ 'ਚ ਕੁਝ ਹੋਰ ਹੈ, ਦਿੱਲੀ ਦੇ ਵਿੱਚ ਜਦੋਂ ਕੁਝ ਹੋਰ ਬੋਲਦੇ ਆ। ਇਹ ਆਪਾਂ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਸਾਲਾਂ ਦੇ ਦੌਰਾਨ ਦਿੱਲੀ ਦੇ ਵਿੱਚ ਪਹਿਲਾਂ ਇਹਨਾਂ ਨੇ ਨਾਤਾ ਤੋੜਿਆ ਬੀਜੇਪੀ ਨਾਲੋਂ, ਫਿਰ ਇਹਨਾਂ ਨੇ ਹਰਿਆਣੇ 'ਚ ਕੋਸ਼ਿਸ਼ ਕੀਤੀ, ਫਿਰ ਹੁਣ ਪੰਜਾਬ ਦੇ ਵਿੱਚ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਸੀਗੀਆਂ ਇਹਨਾਂ ਦਾ ਦੋਗਲਾਪਨ ਨਜ਼ਰ ਆ ਰਿਹਾ ਸੀਗਾ। ਪਰ ਇਹਨਾਂ ਨੂੰ ਕਿਉਂਕਿ ਲੱਗਦਾ ਸੀਗਾ ਕਿ ਹੁਣ ਸਾਡੀ ਜਿਹੜੀ ਹੈਗੀ ਮਿਨਿਸਟਰੀ ਉਹ ਖੁੱਸੇਗੀ ਜੇ ਅਸੀਂ ਉਹਨਾਂ ਦੇ ਵਿਰੋਧ 'ਚ ਬੋਲਦੇ ਹਾਂ। ਹੁਣ ਜਦੋਂ ਇਹਨਾਂ ਨੂੰ ਲੱਗਿਆ ਕਿ ਹੁਣ ਤਾਂ ਜਮੀ ਆਖਰ ਨੂੰ ਜਿਹੜਾ ਹੈਗਾ ਪਾਣੀ ਸਿਰ ਦੇ ਉੱਤੋਂ ਲੰਘ ਗਿਆ, ਤਾਂ ਕਿਤੇ ਜਾ ਕੇ ਉਹਨਾਂ ਨੇ ਆਪਣੀ ਜਿਹੜੇ ਹੈਗਾ ਕੁਰਸੀ ਤੋਂ ਅਸਤੀਫਾ ਦਿੱਤਾ ਮੈਡਮ ਨੇ। ਤੇ ਹੁਣ ਇਹਨਾਂ ਨੂੰ ਲੱਗਦਾ ਸੀਗਾ ਕਿ ਹੁਣ ਤਾਂ ਸਾਰਾ ਕੁਝ ਚਲਾ ਗਿਆ, ਸਾਰਾ ਕੁਝ ਲੁੱਟ ਹੋ ਗਿਆ, ਸਾਡੇ ਲੋਕ ਜਿਹੜੇ ਨੇ ਵਿਰੋਧ
ਵਿਰੋਧ ਕਰ ਰਹੇ ਨੇ। ਸੋ ਉਸ ਮਜਬੂਰੀ ਦੇ ਵਿੱਚ ਇਹ ਸਾਰਾ ਜਿਹੜਾ ਹੈਗਾ ਅੱਕ ਚੱਬਿਆ ਉਹਨਾਂ ਨੇ। ਇਸ ਤੋਂ ਇਲਾਵਾ ਉਹਨਾਂ ਦੀਆਂ ਸਿਰਫ ਇਹੀ ਕੋਸ਼ਿਸ਼ਾਂ ਨੇ ਹੁਣ ਕਿ ਆਪਣੀ ਹੋਂਦ ਨੂੰ ਕਿਵੇਂ ਬਚਾਉਣਾ ਹੈ। ਹੋਰ ਕੋਈ ਮੈਨੂੰ ਲੱਗਦਾ ਹੈ ਕਿ ਹੋਰ ਕੋਈ ਵੱਡੀ ਗੱਲ ਨਜ਼ਰ ਨਹੀਂ ਆ ਰਹੀ। ਇਹਦੇ ਵਿੱਚ ਭਵਿੱਖੀ ਰਣਨੀਤੀ ਆਪਾਂ ਕੀ ਮੰਨੀਏ? ਭਾਜਪਾ ਵਾਲੇ ਹੁਣ ਕੀ ਕਰਨਗੇ? ਭਾਜਪਾ ਤਾਂ ਇਹ ਵੀ ਮਨੋ ਮਨੀ ਸੋਚਦੀ ਹੋਣੀ ਕਿ ਅਸੀਂ ਜਿਹੜਾ ਪੰਜਾਬ ਦੇ ਜਦੋਂ ਬੇਅਦਬੀਆਂ ਦਾ ਦੌਰ ਚੱਲਿਆ ਅਸੀਂ ਅਕਾਲੀ ਦਲ ਦਾ ਸਾਥ ਨਹੀਂ ਛੱਡਿਆ, ਜਦਕਿ ਇਲਜ਼ਾਮ ਬਹੁਤ ਨੇ ਸੁਖਬੀਰ ਸਿੰਘ ਬਾਦਲ ਹੋਣਾ ਤੇ ਸਿੱਧੇ ਅਸਿੱਧੇ ਤੌਰ ਤੇ ਜਿਹੜੇ ਲੱਗਦੇ ਆਏ ਨੇ। ਦੂਜੀ ਗੱਲ ਇਹ ਕਿ ਹੁਣ 2022 ਦੇ ਵਿੱਚ ਕਿਸ ਤਰ੍ਹਾਂ ਦਾ ਸਿਨੈਰੀਓ ਤੁਹਾਨੂੰ ਲੱਗਦਾ ਕਿ ਟਕਸਾਲੀ ਇਹਨਾਂ ਦੇ ਨਾਲ ਜਾ ਸਕਦੇ ਨੇ ਜਾਂ ਕਿਸੇ ਹੋਰ ਨਾਲ? ਕਿਸ ਤਰ੍ਹਾਂ ਇਹ ਆਪਣੇ ਪੈਰਾਂ ਦੇ ਆਪਣੇ ਬਲਬੂਤੇ ਆ ਕੇ ਪੰਜਾਬ 'ਚ ਕੋਈ ਸਿਆਸਤ ਬਣਾ ਸਕਦੇ ਨੇ, ਆਪਣੀ ਧਿਰ ਖੜੀ ਕਰ ਸਕਦੇ ਨੇ, ਜਾਂ ਆਪ ਸੱਤਾ ਦੇ ਉੱਤੇ ਕਾਬਜ਼ ਹੋ ਸਕਦੇ ਨੇ? ਦਾਅਵੇ ਤਾਂ ਬਹੁਤ ਕਰ ਰਹੇ ਨੇ ਕਿ ਅਸੀਂ ਜਿਹੜਾ ਆਪਣੇ ਤੌਰ ਤੇ ਸਿਆਸਤ ਦੇ ਵਿੱਚ ਆ ਕੇ ਜਿਹੜਾ ਪੰਜਾਬ ਤੇ ਕਾਬਜ਼ ਹੋ ਜਾਵਾਂਗੇ 2022 'ਚ। ਸੁਖਵਿੰਦਰ ਜੀ ਦੇਖੋ, ਭਾਜਪਾ ਨੂੰ ਵੀ ਪਿਛਲੇ ਸਾਲਾਂ ਦੇ ਵਿੱਚ ਪਤਾ ਲੱਗ ਚੁੱਕਿਆ ਸੀਗਾ ਕਿ ਅਕਾਲੀ ਦਲ ਜੋ ਹੈ ਉਹਦੇ ਕੋਲੇ ਕੱਢਣ ਪਾਉਣ ਨੂੰ ਕੁਝ ਨਹੀਂ ਹੈ, ਔਰ ਉਹਦੀਆਂ ਜਿਹੜੀਆਂ ਸੀਟਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਜਿਹੜੀਆਂ 12-13 ਸੀਟਾਂ ਸੀ ਉਹ ਵੀ ਜਾਂਦੀਆਂ ਹੋਣਗੀਆਂ, ਕਿਉਂਕਿ ਕਿਸਾਨੀ ਹੀ, ਕਿਉਂਕਿ ਮੇਨ ਉਹਨਾਂ ਦਾ ਵੋਟ ਬੈਂਕ ਕਿਸਾਨੀ ਸੀਗਾ। ਕਿਸਾਨੀ ਉਹਨਾਂ ਤੋਂ ਦੂਰ ਹੋ ਰਹੀ ਸੀ ਲਗਾਤਾਰ, ਜਾਂ ਇੱਕ ਪੰਥਕ ਵੋਟ ਸੀਗੀ, ਪੰਥਕ ਵੋਟ ਵੀ ਉਹਨਾਂ ਤੋਂ ਲਗਾਤਾਰ ਦੂਰ ਹੋ ਰਹੀ ਸੀਗੀ, ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਜੋ ਬੇਅਦਬੀਆਂ ਹੋਈਆਂ ਨੇ ਪੰਜਾਬ ਦੇ ਵਿੱਚ, ਉਹ ਇੱਕ ਵੱਡਾ ਵਿਰੋਧ ਜਿਹੜਾ ਸੀਗਾ ਉਹ ਚੱਲ ਰਿਹਾ ਸੀਗਾ। ਸੋ ਉਸ ਕਰਕੇ ਭਾਜਪਾ ਵਾਲੇ ਸਮਝਦੇ ਨੇ ਕਿ ਇਹਨਾਂ ਦਾ ਆਧਾਰ ਜਿਹੜਾ ਹੈਗਾ ਅਕਾਲੀ ਦਲ ਬਾਦਲ ਦਾ ਉਹ ਪੰਜਾਬ ਦੇ ਵਿੱਚ ਨਹੀਂ ਰਿਹਾ। ਹੁਣ ਮੈਨੂੰ ਲੱਗਦਾ ਕਿ ਨਵਾਂ ਜਿਹੜਾ ਹੈਗਾ ਕੋਈ ਦੋਸਤ ਉਹ ਲੱਭੇਗੀ, ਜਿਵੇਂ ਤੁਸੀਂ ਇਸ਼ਾਰਾ ਕੀਤਾ, ਉਹ ਪੰਥਕ ਜਿਹੜੇ ਨੇ ਅਕਾਲੀਆਂ ਨਾਲ, ਉਹਨਾਂ ਨਾਲ ਵੀ ਜਾ ਸਕਦੀ ਹੈ, ਜਾਂ ਢੀਂਡਸਾ ਸਾਹਿਬ ਨੂੰ ਅੱਗੇ ਲਾ ਸਕਦੀ ਹੈ, ਜਾਂ ਕੋਈ ਹੋਰ ਇਦਾਂ ਦਾ ਮਤਲਬ ਨਵਾਂ ਰਸਤਾ ਤਲਾਸ਼ ਸਕਦੀ ਹੈ। ਘੱਟੋ ਘੱਟ ਉਹ ਇਹਨਾਂ ਅਕਾਲੀ ਦਲ ਬਾਦਲ ਦੇ ਨਾਲ ਨਹੀਂ ਜਾਏਗੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਕਾਲੀ ਦਲ ਬਾਦਲ ਜਿਹੜਾ ਹੈਗਾ ਹੁਣ ਉਹਦੇ ਕੋਲੇ ਕੁਝ ਨਹੀਂ ਹੈ। ਪਰ ਜਿਸ ਤਰ੍ਹਾਂ ਦਾ ਖੇਤੀ ਆਰਡੀਨੈਂਸ ਨੂੰ ਲੈ ਕੇ ਵਿਰੋਧ ਹੋ ਰਿਹਾ, ਲੱਗਦਾ ਕੋਈ ਹੋਰ ਧਿਰ ਮਹਿਸੂਸ ਇਹ ਹੁੰਦਾ ਕਿ ਕੋਈ ਹੋਰ ਧਿਰ ਜਿਹੜੀ ਉਹ ਭਾਜਪਾ ਦੇ ਨਾਲ ਨਹੀਂ ਆਏਗੀ, ਕਿਉਂਕਿ ਘਾਟਾ ਫਿਰ ਉਹਨਾਂ ਨੂੰ ਵੀ ਝੱਲਣਾ ਪੈ ਸਕਦਾ, ਜਵਾਬ ਦੇਣਾ ਪੈਣਾ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਗਿਣਤੀ ਜਿਹੜੀਆਂ ਵੋਟਾਂ ਨੇ ਉਹ ਕਿਸਾਨੀ ਖੇਤਰ ਤੋਂ ਵੀ ਆਉਂਦੀਆਂ ਨੇ। ਦੇਖੋ, ਜਿਹੜੀ ਭਾਜਪਾ ਦੀ ਸਿਆਸਤ ਹੈ ਉਹ ਸਿਆਸਤ ਹੈਗੀ ਹੈ ਕਿ ਕਾਰਪੋਰੇਟ ਜਿਹੜੀਆਂ ਕੰਪਨੀਆਂ ਨੇ ਜਾਂ ਮਲਟੀਨੇਸ਼ਨਲ ਕੰਪਨੀਆਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਉਹਨਾਂ ਨੂੰ ਅੱਗੇ ਰੱਖ ਕੇ ਆਪਣੀ ਸਿਆਸਤ ਕੀਤੀ ਜਾਵੇ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕਿ 25-26 ਜਿਹੜੇ ਨੇ ਕਾਨੂੰਨ ਪਾਸ ਕੀਤੇ ਗਏ ਨੇ ਇਹਨਾਂ ਸੈਸ਼ਨਾਂ ਦੇ ਦੌਰਾਨ, ਤਾਂ ਉਹਨਾਂ ਸਾਰੇ ਜਿਹੜੇ ਕਾਨੂੰਨ ਨੇ ਉਹ ਸਾਰੇ ਮਲਟੀਨੇਸ਼ਨਲ ਕੰਪਨੀਆਂ ਜਾਂ ਜਿਹੜੇ ਕਾਰਪੋਰੇਟ ਵਰਲਡ ਹੈ, ਜਿਹਨੂੰ ਅਸੀਂ ਕਾਰਪੋਰੇਟ ਘਰਾਣੇ ਕਹਿੰਦੇ ਆ, ਉਹਨਾਂ ਦੇ ਪੱਖ ਵਿੱਚ ਉਹ ਲਿਆਂਦੇ ਗਏ ਨੇ। ਸੋ ਆਉਣ ਵਾਲਾ ਸਮਾਂ ਜਿਹੜਾ ਹੈਗਾ ਭਾਜਪਾ ਲਈ ਵੀ ਕੋਈ ਸੌਖਾ ਸਮਾਂ ਨਹੀਂ ਹੈ। ਪੂਰੇ ਮੈਂ ਇੰਡੀਆ ਦੀ ਗੱਲ ਕਰ ਰਿਹਾ, ਹਿੰਦੁਸਤਾਨ ਦੀ ਗੱਲ ਕਰ ਰਿਹਾ, ਕਿ ਇਕੱਲੇ ਪੰਜਾਬ ਦੀ ਨਹੀਂ। ਪੰਜਾਬ ਦੇ ਨਾਲ, ਕਿਉਂਕਿ ਪੰਜਾਬ ਕਿਸਾਨੀ ਆਧਾਰਿਤ ਸੂਬਾ ਹੈ, ਇਸ ਕਰਕੇ ਜਿਹੜੇ ਇਹ 3 ਕਾਨੂੰਨ ਲਿਆਂਦੇ ਗਏ ਨੇ, ਭਾਜਪਾ ਦਾ ਜਿਹੜਾ ਇੱਥੋਂ ਮਾੜਾ ਮੋਟਾ ਜਿਹੜਾ ਪੈਰ ਪਸਰੇ ਹੋਏ ਸੀਗੇ, ਖਾਸ ਤੌਰ ਤੇ ਸ਼ਹਿਰੀ ਇਲਾਕਿਆਂ ਦੇ ਵਿੱਚ, ਖਾਸ ਤੌਰ ਤੇ ਦੁਆਬੇ ਦੇ ਵਿੱਚ ਜਾਂ ਮਾਝੇ ਦੇ ਵਿੱਚ ਥੋੜ੍ਹੇ ਬਹੁਤ ਜਿਹੜੇ ਇਲਾਕੇ ਦੇ ਵਿੱਚ, ਉਹ ਉੱਥੋਂ ਵੀ ਇਹਨਾਂ ਦਾ ਆਧਾਰ ਜਿਹੜਾ ਹੈਗਾ ਖੁਰੇਗਾ। ਇਸ ਲਈ ਹੁਣ ਅੱਜ ਜਿਹੜਾ ਪੰਜਾਬ ਦਾ ਵੋਟਰ ਹੈ ਉਹ ਇੱਕ ਨਵਾਂ ਤੀਸਰੇ ਬਦਲ ਦੀ ਤਲਾਸ਼ ਦੇ ਵਿੱਚ ਹੈ। ਤੁਸੀਂ ਦੇਖੋਗੇ ਲਗਾਤਾਰ ਜਿਹੜੇ ਪੰਜਾਬ ਦੇ ਪਿੰਡਾਂ 'ਚੋਂ ਜਿਹੜੀਆਂ ਆਵਾਜ਼ਾਂ ਉੱਠ ਰਹੀਆਂ ਨੇ ਉਹ ਤੀਸਰੇ ਬਦਲ ਦੀਆਂ ਉੱਠ ਰਹੀਆਂ ਨੇ। ਜਿਹੜੀ ਵੀ ਪਾਰਟੀ ਉਹਨਾਂ ਨੂੰ ਤੀਸਰਾ ਬਦਲ ਦੇਵੇਗੀ ਉਹ ਪੰਜਾਬ ਦੇ ਲੋਕ ਉਸ ਵੱਲ ਹੀ ਝੁਕਣਗੇ। ਆਖਰੀ ਸਵਾਲ, ਤੀਸਰਾ ਬਦਲ ਕੀ? ਆਮ ਆਦਮੀ ਪਾਰਟੀ ਤੀਜਾ ਬਦਲ ਹੋ ਸਕਦਾ ਹੈ? ਕਿਉਂਕਿ 2017 ਦੇ ਵਿੱਚ ਜੋ ਹਸ਼ਰ ਹੋਇਆ ਪੰਜਾਬ ਦੇ ਵਿੱਚ, ਜਾਂ ਲੋਕ ਸਭਾ ਚੋਣਾਂ ਦੇ ਵਿੱਚ ਜੋ ਹਸ਼ਰ ਹੋਇਆ, ਉਹੀ ਪਾਟੋ ਧਾੜ, ਉਹੀ ਸਾਰਾ ਕੁਝ ਪੰਜਾਬ ਦੇ ਵਿੱਚ ਜੋ ਕੁਝ ਪੰਜਾਬੀ ਨਹੀਂ ਸੀ ਚਾਹੁੰਦੇ ਉਹ ਕੁਝ ਆਮ ਆਦਮੀ ਪਾਰਟੀ ਕਰ ਰਹੀ ਹੈ ਤੇ ਪਹਿਲਾਂ ਵੀ ਕੀਤਾ। ਕੀ ਲੱਗਦਾ ਕਬੂਲ ਕਰ ਲੇਗੀ ਤੁਹਾਨੂੰ ਪੰਜਾਬ 'ਚ? ਦੇਖੋ, ਤੁਸੀਂ ਇਤਿਹਾਸ ਦੇਖੋਗੇ ਕਿ ਆਮ ਆਦਮੀ ਪਾਰਟੀ ਦਾ ਜਦੋਂ ਪਹਿਲੀ ਵਾਰੀ ਇਲੈਕਸ਼ਨਾਂ ਹੋਈਆਂ ਨੇ ਦਿੱਲੀ ਦੇ ਵਿੱਚ, ਉਦੋਂ ਸਿਰਫ 28 ਸੀਟਾਂ ਮਿਲੀਆਂ ਨੇ। ਤੁਹਾਨੂੰ ਯਾਦ ਹੋਏਗਾ ਕਿ ਉਦੋਂ ਕਾਂਗਰਸ ਦੇ ਨਾਲ ਮਿਲ ਕੇ ਸਰਕਾਰ ਬਣਾਈ ਸੀਗੀ। ਹਾਲਾਂਕਿ ਬਹੁਤ ਉਮੀਦ ਸੀ ਕਿ ਸਰਕਾਰ ਇੱਥੇ ਆਮ ਆਦਮੀ ਪਾਰਟੀ ਦੀ ਬਣੇਗੀ, ਪਰ ਲੋਕਾਂ ਨੇ 28 ਸੀਟਾਂ ਦਿੱਤੀਆਂ। ਇਸੇ ਤਰ੍ਹਾਂ ਪਹਿਲੀ ਵਾਰੀ ਜਦੋਂ 17 ਦੀ ਜਿਹੜਾ ਤੁਸੀਂ ਇਸ਼ਾਰਾ ਕਰ ਰਹੇ ਹੋ, ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ 20 ਸੀਟਾਂ, ਇੱਕ ਵਿਰੋਧੀ ਧਿਰ ਬਣਾਇਆ, ਵੱਡੀ ਵਿਰੋਧੀ ਧਿਰ। ਇਹ ਪਹਿਲੀ ਵਾਰੀ ਸੀ ਪੂਰੀ ਦੁਨੀਆ ਦੇ ਇਤਿਹਾਸ 'ਚ ਕਿ ਪਹਿਲੀ ਵਾਰੀ ਇੱਕ ਪਾਰਟੀ 2 ਸਾਲ ਪੁਰਾਣੀ ਖੜੀ ਹੁੰਦੀ ਹੈ ਤੇ ਉਹਨੂੰ ਵਿਰੋਧੀ ਧਿਰ ਬਣਾਇਆ ਜਾਂਦਾ ਹੈ। ਸੋ ਇਸ ਕਰਕੇ ਇਹ ਪਾਰਟੀ ਦੇ ਇਤਿਹਾਸ ਦੇ ਵਿੱਚ ਇੱਕ ਸੁਨਹਿਰੀ ਯੁੱਗ ਚੱਲ ਰਿਹਾ ਹੈ। ਬਹੁਤ ਛੇਤੀ ਪਾਰਟੀ ਜਿਹੜੀ ਹੈਗੀ ਆ ਇੱਕ ਗਰੋ ਕਰ ਰਹੀ ਹੈ, ਔਰ ਮੈਂ ਨਹੀਂ ਕਹਿੰਦਾ ਕਿ ਗਲਤੀਆਂ ਨਹੀਂ ਹੋਈਆਂ, ਗਲਤੀਆਂ ਵੀ ਹੋਈਆਂ ਨੇ, ਪਰ ਉਹਨਾਂ ਗਲਤੀਆਂ ਨੂੰ ਸਿੱਖ ਕੇ ਆਮ ਆਦਮੀ ਪਾਰਟੀ ਇੱਕ ਤੀਜਾ ਬਦਲ ਬਣ ਰਹੀ ਹੈ ਔਰ ਬਣੇਗੀ, ਔਰ 22 ਦੇ ਵਿੱਚ ਸਰਕਾਰ ਬਣਾਏਗੀ।
ਸ਼ੁਕਰੀਆ, ਧੰਨਵਾਦ। ਸੋ ਸਾਡੇ ਨਾਲ ਮੌਜੂਦ ਸਨ ਉੱਘੇ ਸਿਆਸੀ ਮਾਹਰ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਡਾਕਟਰ ਭੀਮਿੰਦਰ ਸਿੰਘ। ਅਕਾਲੀ ਦਲ ਤੇ ਭਾਜਪਾ ਦੀ ਸਿਆਸਤ ਤੇ ਗੱਲਬਾਤ ਕੀਤੀ। ਆਮ ਆਦਮੀ ਪਾਰਟੀ ਜਿਹੜੀ ਆ ਉਹ ਹੁਣ ਇਹ ਸਭ ਦੇ ਵਿੱਚੋਂ ਪੱਬਾਂ ਭਾਰ ਹੈ ਕਿ 2022 ਦੇ ਵਿੱਚ ਲੋਕ ਜਿਹੜਾ ਉਹ ਸਾਡੇ ਤੇ ਯਕੀਨ ਕਰਨਗੇ। ਲੋਕ ਕਰਦੇ ਨੇ ਕਿ ਨਹੀਂ ਕਰਦੇ, ਕਿਉਂਕਿ ਪੰਜਾਬੀਆਂ ਦੇ ਮੂਡ ਦਾ ਕੁਝ ਨਹੀਂ ਪਤਾ ਲੱਗਦਾ। ਦਿੱਲੀ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਆਮ ਆਦਮੀ ਪਾਰਟੀ ਨੂੰ ਜਾਂ ਬਾਕੀ ਸਿਆਸੀ ਧਿਰਾਂ ਨੂੰ ਨਹੀਂ ਭੁੱਲਿਆ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਸਿਨੈਰੀਓ ਕਿੱਦਾਂ ਦਾ ਹੋਏਗਾ, ਇਸ ਬਾਰੇ ਅਸੀਂ ਤੁਹਾਡੇ ਸਾਹਮਣੇ ਵਿਚਾਰ ਵਟਾਂਦਰੇ ਲਿਆਉਂਦੇ ਰਵਾਂਗੇ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਲੋਕਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।